ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ। ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਭਾਈ ਨੰਦ ਲਾਲ ਜੀ ਜਦੋਂ ਔਰੰਗਜ਼ੇਬ ਦਾ ਦਰਬਾਰ ਛੱਡ ਕੇ ਆਨੰਦਪੁਰ ਆਏ ਨਾ, ਤੇ ਗੁਰੂ ਪਾਤਸ਼ਾਹ ਜੀ ਦੇ ਦੀਦਾਰ ਕੀਤੇ ਤੇ ਗੁਰੂ ਚਰਨਾਂ ਵਿੱਚ ਰਹਿ ਕੇ ਜੋ ਆਨੰਦ ਜੋ ਸੁੱਖ ਉਹਨਾਂ ਨੂੰ ਪ੍ਰਾਪਤ ਹੋਇਆ, ਉਸ ਸਮੇਂ ਦੇ ਵੱਡੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਰਹਿ ਕੇ ਵੀ ਸੁੱਖ ਨਹੀਂ ਸੀ ਮਿਲਿਆ। ਭਾਈ ਨੰਦ ਲਾਲ ਜੀ ਬੜੇ ਉੱਚ ਕੋਟੀ ਦੇ ਵਿਦਵਾਨ ਸਨ, ਅਰਬੀ ਫਾਰਸੀ ਦੇ ਮਾਹਰ ਸਨ। ਤੇ ਜਦੋਂ ਔਰੰਗਜ਼ੇਬ ਦੇ ਦਰਬਾਰ ਵਿੱਚ ਸਨ, ਆਇਤ ਦੇ ਅਰਥ ਕੀਤੇ ਤੇ ਉਹਨਾਂ ਨੂੰ ਉਸ ਆਇਤ ਦੇ ਅਰਥ ਕਰਨ ਦੇ ਬਦਲੇ ਔਰੰਗਜ਼ੇਬ ਨੇ ਆਖਿਆ ਸੀ, ਜਾਂ ਤੇ ਇਸ ਕਾਫਰ ਨੂੰ ਮੁਸਲਮਾਨ ਬਣਾਓ ਤੇ ਜਾਂ ਫਿਰ ਇਹਨੂੰ ਖਤਮ ਕਰ ਦਿਓ। ਹੁਣ ਉਹ ਵਿਚਾਰੇ ਮੌਤ ਤੋਂ ਬਚਦੇ ਹੋਏ ਆਨੰਦਪੁਰ ਆਏ। ਇੱਥੇ ਆ ਕੇ ਉਹਨਾਂ ਨੇ ਗੁਰੂ ਦੀ ਵਡਿਆਈ ਲਿਖੀ, ਕੁਝ ਸ਼ੇਰ ਲਿਖੇ ਤੇ ਉਹਨਾਂ ਨੇ ਉਸ ਨੂੰ ਨਾਮ ਦਿੱਤਾ। ਉਹ ਜਿਹੜਾ ਗ੍ਰੰਥ ਉਹਨਾਂ ਲਿਖਿਆ, ਨਾਮ ਦਿੱਤਾ ਬੰਦਗੀ ਨਾਮਾ। ਤੇ ਕਲਗੀਧਰ ਪਾਤਸ਼ਾਹ ਜੀ ਕੋਲ ਲੈ ਕੇ ਗਏ ਤੇ ਮਹਾਰਾਜ ਨੂੰ ਆਖਿਆ, ਸਤਿਗੁਰੂ ਆ ਤੁਹਾਡੀ ਕਿਰਪਾ ਨਾਲ ਕੁਝ ਲਿਖਿਆ ਹੈ। ਤੇ ਮਹਾਰਾਜ ਨੇ ਪੜ੍ਹ ਕੇ ਪ੍ਰਸੰਨ ਹੋ ਕੇ ਆਖਿਆ, ਨੰਦ ਲਾਲ ਇਹ ਬੰਦਗੀ ਨਾਮਾ ਨਹੀਂ, ਇਹ ਜ਼ਿੰਦਗੀ ਨਾਮਾ ਹੈ। ਲੋਕ ਪੜ੍ਹ ਕੇ ਇਹਦੇ ਤੋਂ ਜ਼ਿੰਦਗੀ ਪ੍ਰਾਪਤ ਕਰਿਆ ਕਰਨਗੇ। ਚਰਨਾਂ ਤੇ ਡਿੱਗ ਪਏ ਭਾਈ ਨੰਦ ਲਾਲ, ਕਹਿਣ ਲੱਗੇ, ਸਤਿਗੁਰੂ ਇੱਕ ਉਹ ਦਰਬਾਰ ਸੀ ਜਿੱਥੇ ਉਹਨਾਂ ਦੇ ਧਾਰਮਿਕ ਗ੍ਰੰਥ ਦੇ ਆਇਤ ਦੇ ਅਰਥ ਕੀਤੇ ਤੇ ਮੌਤ ਮਿਲਦੀ ਸੀ। ਇੱਕ ਤੇਰੇ ਚਰਨਾਂ ਵਿੱਚ ਆਇਆ, ਮੇਰੀ ਲਿਖਤ ਹੈ, ਮੈਂ ਲਿਖੀ ਹੈ ਤੇ ਉੱਥੇ ਜ਼ਿੰਦਗੀ ਮਿਲ ਰਹੀ ਹੈ। ਭਾਈ ਨੰਦ ਲਾਲ ਜੀ ਇੱਕ ਸ਼ੇਰ ਲਿਖਦੇ ਨੇ। ਉਹ ਕਹਿਣਗੇ ਕਿ ਜਦੋਂ ਇਸ ਦੁਨੀਆ ਵਿੱਚੋਂ ਮੈਂ ਜਾਵਾਂ ਤੇ ਮੇਰੀ ਚਿਖਾ ਨੂੰ ਅੱਗ ਲਾਈ ਜਾਵੇ, ਇਹ ਚੱਲਣ ਵਾਲੀ ਹਵਾ ਇੱਕ ਗੱਲ ਦਾ ਧਿਆਨ ਰੱਖੀ ਕਿ ਜਦੋਂ ਮੇਰੀ ਚਿਖਾ ਠੰਡੀ ਹੋ ਜਾਵੇ, ਮੇਰੀ ਰਾਖ, ਮੇਰੀ ਸੁਆਹ ਜਿਹੜੀ ਹੈ ਉਹ ਉੱਡ ਕੇ ਕਿਤੇ ਹੋਰ ਕਿਸੇ ਦਰ 'ਤੇ ਨਾ ਚਲੀ ਜਾਵੇ। ਮੈਂ ਕਹਿੰਦਾ ਮੇਰੀ ਜਿਉਂਦੇ ਜੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਦੇ ਦਰ 'ਤੇ ਰਹੀ ਹੈ, ਮਰਨ ਤੋਂ ਬਾਅਦ ਮੇਰੀ ਰਾਖ ਵੀ ਗੁਰੂ ਗੋਬਿੰਦ ਸਿੰਘ ਦੇ ਦਰ 'ਤੇ ਰਵੇ। ਧੰਨ ਕਲਗੀਧਰ ਪਾਤਸ਼ਾਹ ਜੀ ਦੇ ਸਿੱਖ ਜਦੋਂ ਮਾਛੀਵਾੜੇ ਦੇ ਜੰਗਲਾਂ ਵਿੱਚ ਨੇ, ਭਾਈ ਗੁਲਾਬਾ ਤੇ ਭਾਈ ਪੰਜਾਬਾ ਘਰ ਲੈ ਕੇ ਜਾਂਦੇ ਨੇ, ਆਪਣੇ ਚੁਬਾਰੇ ਵਿੱਚ ਰੱਖਦੇ ਨੇ। ਰਾਤ ਰੱਖਿਆ, ਸਵੇਰੇ ਭੇਟਾ ਲੈ ਕੇ ਹਾਜ਼ਰ ਹੋ ਜਾਂਦੇ ਨੇ। ਇੱਥੇ ਇੱਕ ਪਰਿਵਾਰ ਹੋ ਰਹਿੰਦਾ, ਭਾਈ ਗਨੀ ਖਾਂ ਤੇ ਨਬੀ ਖਾਂ, ਉਹ ਵੀ ਮੁਸਲਮਾਨ ਨੇ। ਉਹਨਾਂ ਨੂੰ ਪਤਾ ਲੱਗਿਆ, ਮਹਾਰਾਜ ਨੂੰ ਆਪਣੇ ਘਰ ਲੈ ਕੇ ਗਏ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਪਰ ਨਾਲ ਇਹ ਵੀ ਸਤਿਗੁਰ ਨੇ ਕਹਿ ਦਿੱਤਾ ਕਿ ਗਨੀ ਖਾਂ, ਨਬੀ ਖਾਂ, ਇੱਥੇ ਤੁਹਾਡੀ ਜਾਨ ਨੂੰ ਵੀ ਖਤਰਾ ਹੈ। ਮੈਨੂੰ ਤੇ ਕੋਈ ਪਰਵਾਹ ਨਹੀਂ, ਪਰ ਤੁਹਾਡੀ ਜਾਨ ਨੂੰ ਖਤਰਾ ਹੈ। ਹਕੂਮਤ ਜਿਹੜੀ ਹੈ ਉਹ ਚਾਹੁੰਦੀ ਕਿਸੇ ਤਰੀਕੇ ਨਾਲ ਸਾਨੂੰ ਸਿਰਫ ਇੰਨੀ ਸੂਹ ਮਿਲ ਜਾਵੇ ਵੀ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਘਰ ਰੱਖਿਆ ਕਿੰਨੇ ਹੈ। ਹੁਣ ਸਿੱਖਾਂ ਨੇ ਵੀ ਇਹ ਵਿਚਾਰ ਬਣਾਈ ਹੈ ਵੀ ਸਤਿਗੁਰੂ ਇੱਥੇ ਰਹਿਣਾ ਠੀਕ ਨਹੀਂ। ਮਹਾਰਾਜ ਨੇ ਹੁਕਮ ਕੀਤਾ ਬਈ ਇੱਕ ਚੋਲਾ ਜਿਹੜਾ ਤਿਆਰ ਜਿਹੜਾ ਉਹ ਕਰਵਾਇਆ ਜਾਏ, ਕਿਉਂਕਿ ਚੋਲਾ ਪਾਟ ਗਿਆ ਸੀ। ਇੱਕ ਨਵਾਂ ਚੋਲਾ ਤਿਆਰ ਕਰਵਾਇਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੈਰ ਛਾਲਿਆਂ ਨਾਲ ਭਰੇ ਹੋਏ ਨੇ। ਹੁਣ ਇੱਥੇ ਗਨੀ ਖਾਂ ਤੇ ਨਬੀ ਖਾਂ ਆਖਦੇ ਨੇ, ਸਤਿਗੁਰੂ ਜਿਵੇਂ ਅਸੀਂ ਸਾਡੇ ਉੱਚ ਦੇ ਪੀਰ ਆਉਂਦੇ ਨੇ ਨਾ, ਉਹ ਆਪਣੇ ਪੀਰਾਂ ਨੂੰ ਨਾ ਇਸ ਤਰ੍ਹਾਂ ਉੱਚਾ ਮੰਜੇ ਦੇ ਉੱਤੇ ਰੱਖ ਕੇ ਤੇ ਉਹ ਲੈ ਕੇ ਜਾਂਦੇ ਹੁੰਦੇ ਸਨ। ਸਤਿਗੁਰੂ ਪਹਿਲਾਂ ਵੀ ਪੀਰ ਆਉਂਦੇ ਨੇ, ਤੁਸੀਂ ਵੀ ਸਾਡੇ
ਉੱਚ ਦੇ ਪੀਰ। ਉੱਚ ਇੱਕ ਜਗ੍ਹਾ ਦਾ ਨਾਂ ਹੈ, ਉੱਥੋਂ ਦੇ ਰਹਿਣ ਵਾਲੇ ਜਿਹੜੇ ਮੰਨਣ ਵਾਲੇ, ਖੁਦਾ ਦੀ ਬੰਦਗੀ ਕਰਨ ਵਾਲੇ ਫਕੀਰ ਨੇ, ਪੀਰ ਨੇ, ਉਹਨਾਂ ਨੂੰ ਬੜਾ ਉੱਚਾ ਦਰਜਾ ਹੈ ਮਿਲਿਆ ਹੋਇਆ ਹੈ। ਉਹਨਾਂ ਆਖਿਆ ਸਤਿਗੁਰੂ ਅਸੀਂ ਵੀ ਤਾਂ ਆਪਣੇ ਉੱਚ ਦੇ ਪੀਰਾਂ ਨੂੰ ਲੈ ਕੇ ਜਾਂਦੇ, ਜਦੋਂ ਉਹ ਆਉਂਦੇ ਨੇ ਅਸੀਂ ਇਸ ਤਰ੍ਹਾਂ ਹੀ ਚੁੱਕ ਕੇ ਲੈ ਕੇ ਜਾਂਦੇ, ਤੁਸੀਂ ਵੀ ਸਾਡੇ ਉੱਚ ਦੇ ਪੀਰ। ਹੁਣ ਇੱਥੇ ਇੱਕ ਗੱਲ ਜਿਹੜੀ ਕਈ ਵਾਰੀ ਸ਼ੰਕਾ ਇਤਿਹਾਸ ਵਿੱਚ ਪੈਦਾ ਹੋ ਜਾਂਦਾ ਹੈ ਵੀ ਚਮਕੌਰ ਦੀ ਗੜੀ ਵਿੱਚੋਂ ਤਾੜੀ ਮਾਰ ਕੇ ਸਤਿਗੁਰ ਨਿਕਲੇ, ਤੇ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਸ਼ਾਇਦ ਭੇਸ ਬਦਲ ਕੇ ਤੇ ਜਾ ਰਹੇ ਨੇ। ਨਹੀਂ ਗੁਰੂ ਪਿਆਰ ਵਾਲਿਓ, ਜਿਹੜਾ ਚੋਲਾ ਸੀ ਉਹ ਬਦਲਣਾ ਲਾਜ਼ਮੀ ਸੀ ਕਿਉਂਕਿ ਫਟ ਗਿਆ ਸੀ, ਤੇ ਦੂਸਰਾ ਘੋੜੇ ਦਾ ਪ੍ਰਬੰਧ ਉੱਥੇ ਹੈ ਨਹੀਂ ਸੀ। ਪੈਦਲ ਸਤਿਗੁਰੂ ਤੁਰ ਨਹੀਂ ਸਣ ਸਕਦੇ, ਇਸ ਕਰਕੇ ਗਨੀ ਖਾਂ ਤੇ ਨਬੀ ਖਾਂ ਤੇ ਬਾਕੀ ਜਿਹੜੇ ਨਾਲ 3 ਸਿੱਖ ਨੇ ਸਤਿਗੁਰ ਦੇ, ਉਹਨਾਂ ਵਿਚਾਰ ਬਣਾਈ ਵੀ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਇੱਕ ਛੋਟੇ ਜਿਹੇ ਪਲੰਘ ਉੱਤੇ ਬਿਠਾ ਕੇ ਤੇ ਲੈ ਕੇ ਜਾਵਾਂਗੇ ਤੇ ਆਖਾਂਗੇ ਸਾਡਾ ਉੱਚ ਦਾ ਪੀਰ ਹੈ। ਹੁਣ ਗੁਰੂ ਪਾਤਸ਼ਾਹ ਜੀ ਨੂੰ ਕੋਈ ਪ੍ਰੋਬਲਮ ਸਾਹਮਣੇ, ਕੋਈ ਸਮੱਸਿਆ, ਉਹਨਾਂ ਨੂੰ ਕੋਈ ਪਰਵਾਹ ਨਹੀਂ, ਗੁਰੂ ਸਮਰੱਥ ਹੈ, ਪਰ ਸਿੱਖਾਂ ਨੂੰ ਤੇ ਹੈ ਨਾ। ਸਿੱਖ ਚਾਹੁੰਦੇ ਨੇ ਵੀ ਇੰਨੀਆਂ ਮੁਸ਼ਕਲਾਂ ਤੋਂ ਬਾਅਦ ਗੁਰੂ ਨੂੰ ਅਸੀਂ ਚਮਕੌਰ ਵਿੱਚੋਂ ਲੈ ਕੇ ਆਏ ਹਾਂ, ਤੇ ਜੇ ਹੁਣ ਕਿਤੇ ਹੋਣੀ ਵਾਪਰ ਗਈ ਤੇ ਸਾਡੀ ਕੀਤੀ ਹੋਈ ਮਿਹਨਤ ਅਜਾਈਂ ਚਲੀ ਜਾਵੇਗੀ। ਉਹ ਚਾਹੁੰਦੇ ਨੇ ਵੀ ਕਿਸੇ ਤਰੀਕੇ ਨਾਲ ਆਪਾਂ ਗੁਰੂ ਪਾਤਸ਼ਾਹ ਜੀ ਨੂੰ ਇਸ ਇਲਾਕੇ ਵਿੱਚੋਂ ਦੂਰ ਲੈ ਕੇ ਜਾਈਏ। ਹੁਣ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੋ ਅੱਗੇ ਗਨੀ ਖਾਂ ਤੇ ਨਬੀ ਖਾਂ, ਇੱਕ ਪਾਸੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਤੇ ਇਸ ਤਰ੍ਹਾਂ ਮੋਰ ਦੇ ਪੰਖਾਂ ਦੀ ਚੌਰ ਕਰਦੇ ਨੇ ਭਾਈ ਮਾਨ ਸਿੰਘ, ਤੇ ਸਤਿਗੁਰੂ ਪਾਤਸ਼ਾਹ ਜੀ ਲੈ ਕੇ ਜਾ ਰਹੇ ਨੇ। ਜਦੋਂ ਲੁਧਿਆਣੇ ਦੇ ਲਾਗੇ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ, ਉੱਥੇ ਕਈ ਟੁਕੜੀਆਂ ਗਸ਼ਤ ਕਰ ਰਹੀਆਂ ਸਨ। ਇੱਕ ਟੁਕੜੀ ਆਈ ਵੀ, ਉਹਨੇ ਸਿਪਾਹੀ ਨੇ ਪੁੱਛਿਆ ਵੀ ਕੌਣ ਹੈ? ਉਹ ਕਹਿਣ ਲੱਗੇ ਸਾਡਾ ਉੱਚ ਦਾ ਪੀਰ ਹੈ। ਉਹਨੇ ਆਖਿਆ ਵੀ ਮੈਂ ਇਸ ਤਰ੍ਹਾਂ ਤੇ ਨਹੀਂ ਜਾਣ ਦੇ ਸਕਦਾ, ਮੈਂ ਸ਼ਨਾਖਤ ਕਰਵਾਵਾਂਗਾ, ਪਹਿਲਾਂ ਪਤਾ ਕਰਾਵਾਂਗਾ ਪੱਕਾ ਵੀ ਵਾਕਈ ਹੈ ਕਿ ਨਹੀਂ। ਉਹਨੇ ਇੱਕ ਕਾਜ਼ੀ ਪੀਰ ਮੁਹੰਮਦ ਹੈ ਜਿਹੜਾ ਕਦੀ ਗੁਰੂ ਘਰ ਦੇ ਵਿੱਚ ਪੜ੍ਹਾਇਆ ਕਰਦਾ ਸੀ, ਉਹਦਾ ਬੜਾ ਨਾਮ ਸੀ, ਨੂਰਪੁਰ ਦਾ ਰਹਿਣ ਵਾਲਾ ਸੀ। ਉਹਨੂੰ ਬੁਲਾਇਆ, ਉਹ ਜਾਣਦਾ ਸੀ ਸਾਰਾ। ਉਹਨੂੰ ਬੁਲਾਇਆ, ਜਦੋਂ ਉਹਨੇ ਦਰਸ਼ਨ ਕੀਤੇ ਉਹ ਕਹਿਣ ਲੱਗਾ ਭਲਿਓ ਇਹ ਉੱਚ ਦਾ ਪੀਰ ਨਹੀਂ, ਇਹ ਤੇ ਪੀਰਾਂ ਦਾ ਵੀ ਪੀਰ ਹੈ। ਕਹਿੰਦੇ ਗਾ ਉੱਚ ਦਾ ਪੀਰ ਨਹੀਂ, ਉਹ ਇਹ ਤੇ ਪੀਰਾਂ ਦਾ ਵੀ ਪੀਰ ਹੈ, ਇਹਨੂੰ ਜਾਣ ਦਿਓ। ਸ਼ਰਧਾਲੂ ਸੀ ਉਹ। ਸਤਿਗੁਰ ਸੱਚੇ ਪਾਤਸ਼ਾਹ ਇੱਥੋਂ ਅੱਗੇ ਆਲਮਗੀਰ ਪਹੁੰਚਦੇ ਨੇ। ਹੁਣ ਇੱਥੇ ਘੋੜੇ ਦਾ ਪ੍ਰਬੰਧ ਹੋ ਜਾਂਦਾ ਹੈ। ਵੇਖੋ ਹੁਣ ਇੱਥੋਂ ਤੱਕ ਘੋੜੇ ਦਾ ਪ੍ਰਬੰਧ ਨਹੀਂ ਹੋਇਆ ਤੇ ਪਲੰਘ ਤੇ ਆਏ ਨੇ, ਇੱਥੋਂ ਘੋੜੇ ਦਾ ਪ੍ਰਬੰਧ ਹੋਇਆ। ਤੇ ਮਹਾਰਾਜ ਨੇ ਫਿਰ ਉਸ ਸਮੇਂ ਭਾਈ ਨਗਾਹੀਏ ਤੋਂ, ਕਿਉਂਕਿ ਉਹਦਾ ਕੰਮ ਜਿਹੜਾ ਹੈ ਯਾਤਰਾ ਦਾ ਸੀ, ਉਹਦੇ ਕੋਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਲਮ ਲਈ ਤੇ ਕਾਗਜ਼ ਉੱਤੇ ਇੱਕ ਹੁਕਮਨਾਮਾ ਲਿਖਿਆ। ਕੀ ਲਿਖਿਆ ਵੀ ਗਨੀ ਖਾਂ ਤੇ ਨਬੀ ਖਾਂ ਮੇਰੇ ਪੁੱਤਰ ਨੇ, ਇਹ ਦੋਵੇਂ ਮੇਰੇ ਪੁੱਤਰ ਨੇ। ਇਹ ਲਿਖ ਕੇ ਹੁਕਮਨਾਮਾ ਅੱਜ ਵੀ ਉਹ ਹੁਕਮਨਾਮਾ ਉਹਨਾਂ ਦੇ ਪਰਿਵਾਰ ਕੋਲ ਪਿਆ ਹੋਇਆ ਹੈ। ਅੱਜ ਵੀ ਉਹਨਾਂ ਦੇ ਪਰਿਵਾਰ ਕੋਲ ਹੁਕਮਨਾਮਾ ਪਿਆ ਹੋਇਆ ਗੁਰੂ ਪਾਤਸ਼ਾਹ ਜੀ, ਇਹ ਮੇਰੇ ਪੁੱਤਰ ਨੇ। ਕਿੰਨਾ ਮਾਣ ਗੁਰੂ ਪਾਤਸ਼ਾਹ ਜੀ ਦਿੰਦੇ ਨੇ। ਉੱਥੋਂ ਵਾਪਸ ਆ ਗਏ ਮਹਾਰਾਜ, ਅੱਗੇ ਫਿਰ ਘੋੜੇ ਤੇ ਸਵਾਰ ਰਾਏ ਕੱਲੇ ਕੋਲ ਪਹੁੰਚੇ ਨੇ ਉਹਦੇ ਘਰ। ਜਦੋਂ ਉਹਦੇ ਕੋਲ ਪਹੁੰਚੇ ਗੁਰੂ ਪਿਆਰ ਵਾਲਿਓ, ਤੇ ਉਹ ਗੁਰੂ ਘਰ ਦਾ ਬੜਾ ਸ਼ਰਧਾਲੂ ਹੈ। ਰਾਏ ਕੱਲਾ ਕੌਣ ਹੈ? ਰਾਏ ਕੱਲਾ ਨਿਹੰਗ ਖਾਨ ਦਾ ਕੁੜਮ ਹੈ। ਜਿਹੜਾ ਨਿਹੰਗ ਖਾਂ ਬਚਿੱਤਰ ਸਿੰਘ ਜਿਹੜਾ ਉਹਦੇ ਘਰੇ ਚੜ੍ਹਾਈ ਕਰਦਾ ਹੈ, ਉਸ ਨਿਹੰਗ ਖਾਂ ਦੇ ਪੁੱਤਰ ਵੱਲ ਧੀ ਵਿਆਹੀ ਰਾਏ ਕੱਲੇ ਦੀ। ਉਹ ਕੌਣ ਨੇ? ਕੁੜਮ ਨੇ। ਇਹ ਆਪਸ ਦੇ ਵਿੱਚ ਰਿਸ਼ਤਾ ਹੈ ਤੇ ਗੁਰੂ ਨਾਨਕ ਦੇ ਘਰ ਦੇ ਸਿੱਖ ਨੇ। ਜਦੋਂ ਮਹਾਰਾਜ ਦੇ ਆਉਣ ਦਾ ਪਤਾ ਲੱਗਿਆ, ਰਾਏ ਕੱਲਾ ਸਤਿਗੁਰੂ ਪਾਤਸ਼ਾਹ ਜੀ ਨੂੰ ਸਜਦੇ ਕਰਦਾ ਹੈ, ਨਮਸਕਾਰਾਂ ਕਰਦਾ ਹੈ, ਨਾਲ ਬਚਨ ਕਰਦਾ, ਸਤਿਗੁਰੂ ਮੇਰੇ ਲਈ ਸੇਵਾ। ਮਹਾਰਾਜ ਕਹਿਣ ਲੱਗੇ ਖਬਰਾਂ ਸੁਣੀਆਂ ਨੇ ਪਰ ਪੱਕਾ ਨਹੀਂ ਪਤਾ ਮਾਂ ਦਾ ਕੀ ਹਾਲ ਹੈ ਤੇ 2 ਛੋਟੇ ਸਾਹਿਬਜ਼ਾਦਿਆਂ ਦਾ ਕੀ ਹਾਲ ਹੈ। ਜੇ ਤੂੰ ਇਹ ਖਬਰ ਪਤਾ ਕਰਾ ਦੇ ਤੇਰੀ ਸਭ ਤੋਂ ਵੱਡੀ ਸੇਵਾ। ਰਾਏ ਕੱਲੇ ਨੇ ਮਾਹੀ ਨੂੰ ਭੇਜਿਆ ਫਿਰ ਸਰਹੰਦ। ਮਾਹੀ
वो कौन सी जिहड़ा सुनेहे लैके जांदा ते सुनेहे लैके आउंदा हुंदा सी। वो माही दा काम सी। राए कल्ले ने फिर घल्लिया माही नूं सरहंद। वो सरहंद गया, उन्हें फिर सारी कहानी जिवें शहादत हुई साहिबजादियां दी, माता गुजर कौर दी, वो फिर उन्हें सारी जदों आया ना तो गुरु प्यार वाले वो रोई जावे। उन्हें मन में विचार बनाई सी भी मैं गुरु साहब नूं दसांगा नहीं, जाके भी मैं दसांगा नहीं भी इस तरह बीती उत्थे। पर नहीं, गुरु प्यार वाले सतगुर पातशाह जी ने आख्या वो भलिया मैनू तो आदत हो गई है दुख जरण की, दुख वेखण की आदत हो गई है। मैं तो आनंदपुर उजड़दा वेख्या, मैं अपने पिता का सीस वेख्या, मैं सरसा नदी के किनारे का नज़ारा वेख्या, मैं जानों वध प्यारे खत्म होंदे अखां सामने वेखे, पुत्र शहीद होंदे वेखे। कोई गल नहीं, मैनू आदत हो गई है। तू भी दस की उत्थे भाना वरतिया। फिर माही ने एक एक गल जिहड़ी दसी है। सतगुरु सरसा नदी के किनारे जदों तुहाडा परिवार विछड़िया सी, माता गुजरी ते दो नाल तुहाडे छोटे साहिबजादे तीनों, रात नूं जदों काफ़ी अगे नदी के किनारे किनारे निकल गए, कोई साथी नहीं, कोई सिपाही नहीं, कोई सिख नहीं, कोई भाई नहीं, काफ़ी अगे निकल गए। रात सर्दी की। एक चीज़ ख्याल रखियो, दो उम्रां ऐसियां होंदियां ने जिन्हां नूं सहारे की लोड़ होंदी है। एक बचपन बच्चे नूं सहारे की लोड़ होंदी वड्डे दी, ते जदों कोई बजुर्ग हो जाए उन्होंने सहारे की लोड़ होंदी छोटे दी। बजुर्ग नूं भी सहारे की लोड़ है, छोटे नूं भी सहारे की लोड़ है। कुदरत ने खेड़ ऐसा वरतिया, साहिबजादे छोटे ने ते दादी वड्डी है। हुण एक दूजे का सहारा लैके तुरे जाते ने ते तुरदियां तुरदियां अल्लाह यार खां जोगी कहंदा है भी जदों तुर रहे ने ना ते बाबा जोरावर सिंह ते बाबा फतेह सिंह, 5 साल की उम्र है बाबा फतेह सिंह की ते जोरावर सिंह की उम्र 7 साल। तुरे जाते हैं, कहरा भरी ठंड है, तेज हवावां चल रही ने। उस कहर भरी रात ते उत्तों मीह भी पै रहा। तुसीं अंदाज़ा लाओ भी की हाल हुंदा होवेगा। जदों तुरे जा रहे ने ते पता है अगों की आखिया बाबा जोरावर सिंह ने बाबा फतेह सिंह ने। दादी नाल तुरे जाते ने, पता नहीं मन में की ख्याल आया। दादी से बोले सिपाही किधर गए। छोटा जिहा है वेखो, दादी नूं पुछदा है भी दादी सिपाही साडे कित्थे गए ने। बच्चा असी ना छोटा होंदे पुछदे, असी भी बच्चे असी भी किते चले जाइए तो बच्चे पुछदे ने कित्थे गए। दादी से बोले सिपाही किधर गए, दरिया पर हमको छोड़कर राही किधर गए, किहड़े राहां ते चले गए, सानू छड्ड के किहड़े राहां ते चले गए। हाय तड़फा के सूरत माही किधर गए, सानू इन्ने सोहणियां नूं कोमल रूहां नूं छड्ड के कहण लगे किधर गए ने सतगुरु, सानू इस तरह तड़फा के किधर चले गए। दादी नूं कह भी इस हालत में सानू छड्ड के किधर चले गए। हाय तड़फा के सूरत माही किधर गए, अब्बा भगा के शाही लश्कर किधर गए। पता नहीं पिताजी भी अपना शाही लश्कर लैके किधर नूं चले गए ने। भाई भी हमको भूल गए शौके जंग में, भरावां नूं भी याद नहीं रहा साडा, उस जंग विच ही मस्त हो गए। भाई भी हमको भूल गए शौके जंग में, अपना तो ख्याल नहीं तुफंग में। तीर चलाण दे शौक विच इन्ना गवाच गए, उन्होंने इन्ना भी पता नहीं भी साडे 2 छोटे भरा भी ने, साडी एक दादी भी है। जदों बाबा जोरावर सिंह ने आख्या गुरु प्यार वाले तो फिर छोटा जिहड़ा ना बाबा फतेह सिंह उन्हें अगों पता है क्या आख्या, जब रण जीत कर अजीत कह लगा, जदों मैदाने जंग विच अजीत कह लगे जित के आउणगे ना, जब रण जीत कर अजीत लश्कर लाएंगे
अब्बा के साथ जुझार जब आएंगे, कह लगे जब दोवें आउणगे ना तो उदों असी पता है की करना है, कह लगे गिला करके हम सारे एक से रूठ जाएंगे, असी सारिਆਂ तो रूठ जाना है। छोटा कहता भी आपां रुस जाना तो असी नहीं उन्हां दी गल्लां च आउणा, असी रुस जावांगे। जदों अजीत सिंह आउणगे, जुझार सिंह अब्बा दे नाल आउणगे, डैडी नाल पिता नाल आउणगे, गुरु जी नाल आउणगे, असी फिर नाराज हो जाना है। पिता कभी, माता कभी, भाई कभी मनाएंगे। कभी बापू आवेगा, आखेगा भी जोरावर सिंह, फतेह सिंह कोई गल नहीं। कभी माँ आवेगी, कभी भरा आउणगे। इस तरह आके सानू बार बार को मनाउणगे। जब आकर बार बार गले हमको लगाएंगे, मान जाओ बार बार ये कहेंगे, पर हम मानेंगे नहीं जान शाह। वो सानू बार बार कहन पर असी मन्नांगे नहीं। जिन्ना मर्जी सानू कहन, बाबा फतेह सिंह आखते ने असी नहीं मनना, असी रुसे रवांगे। पर फिर उस तो बाद जोरावर सिंह कह लगा नहीं वीरे, जदों वो आउणगे ना इकरार लेंगे सबसे, कह लगे असी सारिਆਂ तो इकरार करावांगे भी असी तां बोलांगे तुहाडे नाल जे तुसी वादा करदे हो। इकरार लेंगे सबसे, बुलाना ना फिर कभी, सानू भुलायो ना। इस तरह जिवें तुसी हुण सानू भुला दिता है, इकरार लेंगे सबसे, बुलाना ना फिर कभी, दिगे जिगर छोड़कर जाना ना फिर कभी, दोबारा छोड़कर जाना ना फिर कभी। इस तरह भाई छोटे ने आख्या, बाबा जोरावर, बाबा फतेह सिंह एक दूजे नाल गल्लां करते हैं भी असी बार बार कहांगे भी जे तुसी हुण सानू छड्ड के जाओगे ते असी फिर तुहाडे नाल बोलांगे नहीं। हुण जदों उन्हां ने ये विचार आपस दे विच कीती ना, रो हंस कर कहेंगे छोड़कर जाना ना फिर कभी। उन्होंने कदी रोवांगे, कदी हसांगे, पर कहांगे सानू इस तरह छड्ड के जायो ना। बच्चों की गुफ्तगू जो सुनी दादी माँ ने, बेइख्तियार रो दिया शाहजहां ने। जब दादी ने दोहां दी गल्लां सुनिया ना, रो पई बेचारी, अखां विचों नीर आ गया। वो माता गुजर कौर जिहड़ी कदी आनंदपुर विच रहिंदे होए अपने पति दे सीस नूं सिर्फ वेख के रोई नहीं सी ना, अखां चों कदी पानी नहीं सी आया। भुखे सिखां नूं खत्म हुंदे वेखिया पर कदी अखां विचों पानी नहीं सी आया। सरसा नदी का भयानक नज़ारा वेख के अखां विचों पानी नहीं आया, पर छोटे दो लालां दी गुफ्तगू सुन के अखां विचों पानी आ गया, क्योंकि पता लग्या भाणा कुछ होर ही वरतन वाला है, कहानी कुछ होर वरतन वाली। वो बच्चे की सोच रहे हैं कि आउणगे भरा, आएगा पिता, मावां आउणगियां, असी रुसांगे, वो सानू मनाउणगे, असी इकरार लवांगे। पर दादी जानती सी सारी गल, दादी नूं पता है। फिर पुछदे ने दादी आपां कित्थे चले आ? ते दादी सहजे आखदी है पुत्तर हुण तां शायद तेरे दादे तेग बहादुर की गोद विच ही जाना पवेगा, जाना पवेगा, शायद हुण समा आ गया। गल्लां करते करते जा रहे हैं, इन्ना चिर सामने एक निक्का जिहा झोपड़ी है, उहदे विच एक दीवा बलदा है पिया। दीवे नूं वेख के एक आस बजी शायद कोई मिल जाए। जदों बाहरों आवाज़ मारी, अंदरों एक मनुख निकलिया, वो मच्छियां फड़न वाला। इतिहास ने उहदा नाम लिखिया कुम्मा माशकी। मच्छियां फड़दा सी, मछियारा सी, नदी किनारे रहिंदा सी। एक उहदी नाल बजुर्ग माता। जदों घर तो बाहर निकलिया, उन्हें वेखिया ते दीदार कीते, कहन लगा माँ अज महिलां वाले गरीबां दे घरां विच किवें
अज महिला वाले गरीबां के घर में किवें। ते उस समय माता गुजर कौर ने आख्या वक्त जिहड़ा है कह लगे वो कई करवटां लैंदा है। अज वक्त शायद इस रूप में सामने आया है कि अज असीं इत्थे तेरे घर दे बाहर खड़े हाँ, अंदर बुलाया, जो घर दे विच पिया सी भोजन छका के जो भी प्रबंध किया, रात कट्टी, सवेर हुई, माता गुजर कौर साहिबजादियां नाल लैके फिर उत्थे उस जगह ते जा रहे हैं जिथे रात विछड़े सन। भी हो सकता है भी कोई सिख मिल जाए या कोई होर मिल जाए, हो सकता है भी रात का समा से हुण ते दिन चढ़ गया, पर दूर दूर तक सिवाए लाशां दे होर कुछ नहीं सी दिसदा, कुछ नहीं सी दिसदा। अखीर इतिहासकार लिखते हैं एक गंगू नाम का ब्राह्मण जिहड़ा कि सतगुर के दर के उत्ते सेवा करया करता सी, काफ़ी लम्मा उन्हें सेवा की। वो माता जी नूं मिलिया, उन्हें आख्या माँ मैं सुन के बड़ा दुखी होया वां, जो परिवार नाल भाणा वरतिया है, जो भी औखा समा आया है, पर मेरी एक बेनती है, तुसी मेरे नाल मेरे घर चलो पिंड खेड़ी, क्यों वो जिहड़े घर ने ना वो भी तुहाडी किरपा नाल ही बने ने, तुहाडे दर ते सेवा करता रहा वां, जो मान मैनूं उत्थों मिलिया वो मान ही अज तक कह लगे मैं साभ के रखिया है, बस किरपा करो तुसी मेरे घर आओ। वेखो एक गल याद रखियो, अजे तक गंगू के मन में पाप नहीं आया, उनका कारण अगे जाके पता लगेगा। अजे तक उनके मन में सेवा की ही भावना है, पाप नहीं आया अजे। इस करके वो साहिबजादियां ते माता गुजर कौर नूं वख अलग अलग थावां तो बचाउंदा होया लैके अपने घर तक जाता है, इत्थों तक कि पिंड तो बाहर रोकदा है ते आप घर के अंदर तक वेख के आउंदा है भी कोई सिपाही कोई गश्त ना करता होवे पिंड विच। जदों लैके गया घर रात रुके ने, रात जदों सौण लगे ने माता गुजर कौर जी नाल साहिबजादे बाबा जोरावर सिंह ते बाबा फतेह सिंह गलवकड़ी विच लैके निग दिंदे ने। सर्दी बड़ी माँ ने कुछ सोने दियां मोहरां जिहड़ियां सन, कुछ धन जिहड़ी पिता कलगीधर ने दिता सी तुरन लग्या आनंदपुर तो भी रस्ते विच लोड़ पै सकदी है, वो थोड़ी जी दौलत जिहड़ी सी सराणे दे लागे रख दित्ती। जदों रखी ते रखदियां नूं उस गंगू ने वेख लिया। हुण इत्थे वेखो माया एक ऐसा छल है, चंगे भले बंदे दी मत भी मार के रख देंदी, एक ऐसा छलावा है। मार्ज बाणी में आखते ने माई माया छल, ये छल है। और वड्डे वड्डे बंदे जिहड़े ने वो इस छलावे में आ जाते हैं, पता भी नहीं लगन देंदे। हुण सतगुर सच्चे पातशाह जी के साहिबजादे माता गुजर कौर गंगू के घर में ने, गंगू नूं वो जदों माया दिसी तो उस वेले दे विचार बदल गए। उन्हें वो धन लैके लुको दिता, माता ने वेख लिया लुकाउंदे नूं। सवेर हुई गंगू कोल आया, माँ ने बड़े प्यार नाल आख्या भी पुत्र भी जो तू धन राती लिया है, मैं सिर्फ इन्ना कहना है भी उस धन विचों खर्चा कर ली, तू अपने घर ते बोझ ना पावीं, जो भी सानू भोजन पानी का खर्चा आवेगा उस धन विचों कर ले। ये नहीं आख्या भी तू चोरी की है, बिल्कुल नहीं आख्या, ये नहीं आख्या तू चुराया। कह लगे तू साडे घर का जी है, इन्ने साल साडे कोल रहा है, की फर्क पैंदा, तू रखिया असी रखिया। हाँ पर मैं चाहुंदी हाँ भी बोझ ना पावी, उस विचों खर्च नहीं। अच्छा उन्हें फिर अगों जदों माया का प्रभाव इन्ना सी, शब्दावली वरतदी, महाराज की बाणी में एक बचन आउंदा है भी कुत्ता जदों मालक का वफादार होंदा है ना, तो वो जिहड़ा सामने कोई पराया बंदा आउंदा है ना, उन्होंने वड्ढण तक जाता है,
पर उही कुत्ता जो हलकाया हो जाए ना तो अपने मालिक नूं भी नहीं जे छड्डदा। जो हलकाया हो जाए, माया ने जो हलक पैदा किया, शब्दावली वरत गई, कह लगा तुसी मैनू चोर समझते जे, मैं चोर हाँ, तुसी मेरे ते इल्जाम लाउंदे हो। इहो जी शब्दावली उन्हें वरती। अज पहली बार माता गुजर कौर ने इस तरह हाथ जोड़े कह लगे, पुत्र रौला ना पा, रौला ना पा। की मोहरां दी की गल है, रौला ना पा, अमानत बच्चे मेरे कोल ने, जे किसी को पता लग गया इनिया निक्कियां जिंदां नूं वो कह लगे लै जाणगे, इस करके रौला ना पा, कोई गल नहीं, तू तो थोड़ियां मोहरां की गल करना, क्षमा बनया, जे किते मेरा पुत्र गुरु गोबिंद सिंह मिलिया, तेरा घर मैं सोने दी मोहरां नाल भर के रख देंगी, तेरा घर ही भर देंगी, तेनू तोड़ देंगे मोहरां नाल। ये तो थोड़ियां जिहियां ने। खैर उस पापी का मन जिहड़ा है बदलिया, उन्हें विचार बनाई भी एक तो ये जिहड़ा धन तो है ही है, तो कुछ होर धन जिहड़ा है सरकार कोलों भी इनाम वजों मिलेगा। तो उस पापी ने फिर पाप कमाउण वास्ते जिहड़ा अगला रस्ता अपनाया, सिपाहियों को किवें दसिया, किवें फड़ाया, वो आपां अगले आने वाले इतिहास में विचार साझी करांगे। निक्के साहिबजादियां की शहादत किवें हुई, कोई विचार साझी करांगे। सतगुर कृपा करन, सबना दा आया होया सफला होवे, होइयां भुलां चुकां दी खिमा। वाहिगुरू जी का खालसा, वाहिगुरू जी की फतेह।